ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਸਵਾਗਤ ਕਰਦਾ। ਪੰਜਾਬ ਦੀ ਰਾਜਨੀਤੀ ਦੇ ਵਿੱਚ ਡੱਡੂ ਛੜਪੀਆਂ ਵੱਜਣੀਆਂ ਸ਼ੁਰੂ ਹੋ ਗਈਆਂ। ਉਹ ਤਸਵੀਰ ਜਿਹੜੀ ਪਿਛਲੇ 3 ਮਹੀਨਿਆਂ ਤੋਂ ਬਿਲਕੁਲ ਧੁੰਦਲੀ ਨਜ਼ਰ ਆ ਰਹੀ ਸੀ, ਉਹ ਤਸਵੀਰ ਹੌਲੀ-ਹੌਲੀ ਸਾਫ਼ ਹੋਣੀ ਸ਼ੁਰੂ ਹੋ ਗਈ। ਦੋ ਗੱਠਜੋੜ 1 ਮਹੀਨਾ ਪਹਿਲਾਂ ਤੱਕ ਬਣਦੇ ਨਜ਼ਰ ਆ ਰਹੇ ਸੀ, ਜਿਨ੍ਹਾਂ ਗੱਠਜੋੜਾਂ ਦੇ ਬਾਰੇ ਚਰਚਾ ਸੀ ਕਿ ਜੇ ਉਹ ਗੱਠਜੋੜ ਨੇਪਰੇ ਚੜ ਗਿਆ ਤਾਂ ਪੰਜਾਬ ਦੀ ਰਾਜਨੀਤੀ ਦੀ ਤਸਵੀਰ ਬਦਲ ਸਕਦੀ ਹੈ। ਇੱਕ ਗੱਠਜੋੜ ਦੀ ਚਰਚਾ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ। ਉਹ ਗੱਠਜੋੜ ਜਿਹੜਾ ਬਾਕੀ ਸਾਰੇ ਦੇਸ਼ ਦੇ ਵਿੱਚ, ਇੱਥੋਂ ਤੱਕ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਵੀ ਪ੍ਰਵਾਨ ਚੜ ਗਿਆ, ਪਰ ਉਹ ਗੱਠਜੋੜ ਪੰਜਾਬ ਦੇ ਵਿੱਚ ਪ੍ਰਵਾਨ ਨਹੀਂ ਸੀ ਚੜ ਸਕਿਆ। ਇੱਕ ਸਮਾਂ ਇਸ ਤਰ੍ਹਾਂ ਦਾ ਆ ਗਿਆ ਸੀ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਦੇ ਲਈ ਇਹ ਚਰਚਾ ਚੱਲਦੀ ਸੀ ਕਿ 7 ਲੋਕ ਸਭਾ ਦੀਆਂ ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਉਣਗੀਆਂ ਤੇ 6 ਸੀਟਾਂ ਤੇ ਕਾਂਗਰਸ ਪਾਰਟੀ ਆਪਣੇ ਉਮੀਦਵਾਰ ਖੜੇ ਕਰੇਗੀ। ਪਰ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ। ਪੰਜਾਬ ਕਾਂਗਰਸ ਤੇ ਪੰਜਾਬ ਆਮ ਆਦਮੀ ਪਾਰਟੀ ਦੀਆਂ ਇਕਾਈਆਂ ਦੇ ਵਿਚਾਲੇ ਰੌਲਾ ਰੱਪਾ ਸਿਖਰ ਤੇ ਪਹੁੰਚਦਾ ਰਿਹਾ ਤੇ ਆਖਿਰਕਾਰ ਇੱਕ ਜੱਗੋਂ 13ਵਾਂ ਜਿਹਾ ਸਿਆਸੀ ਤੌਰ ਦੇ ਉੱਤੇ ਫੈਸਲਾ ਹੁੰਦਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਬਾਕੀ ਸਾਰੇ ਦੇਸ਼ ਦੇ ਵਿੱਚ ਰਲ ਕੇ ਚੋਣ ਲੜਨਗੇ, ਪਰ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਤੇ ਇਹਨਾਂ ਦੇ ਉਮੀਦਵਾਰ ਇੱਕ ਦੂਸਰੇ ਦੇ ਖਿਲਾਫ ਖੜੇ ਹੋਣਗੇ। ਇਦਾਂ ਦੀ ਸਥਿਤੀ ਭਾਰਤ ਦੀ ਰਾਜਨੀਤੀ ਦੇ ਵਿੱਚ ਬਹੁਤ ਘੱਟ ਆਉਂਦੀ ਰਹੀ ਹੈ, ਪਰ ਪੰਜਾਬ ਪਹਿਲਾਂ ਵੀ ਨਿਵਕਲਾ ਰਿਹਾ। ਪੰਜਾਬ ਪਹਿਲਾਂ ਵੀ ਬਹੁਤ ਸਾਰੀਆਂ ਸਥਿਤੀਆਂ ਦੇ ਵਿੱਚ ਅਪਵਾਦ ਰਿਹਾ ਤੇ ਇੱਕ ਵਾਰ ਫਿਰ ਜਿੱਥੇ ਸਾਨੂੰ ਚੰਡੀਗੜ੍ਹ, ਹਰਿਆਣਾ, ਦਿੱਲੀ, ਗੁਜਰਾਤ, ਗੋਆ, ਇਹਨਾਂ ਸਾਰੇ ਸੂਬਿਆਂ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰ ਇੱਕ ਦੂਸਰੇ ਦੇ ਆਂਢ ਗੁਆਂਢ ਦੇ ਵਿੱਚ ਬੈਠ ਕੇ ਇਕੱਠੇ ਪ੍ਰਚਾਰ ਕਰਦੇ ਨਜ਼ਰ ਆਉਣਗੇ, ਉੱਥੇ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਨੇਤਾ ਸਾਨੂੰ ਇੱਕ ਦੂਸਰੇ ਦੇ ਆਹੂ ਲਾਉਂਦੇ ਨਜ਼ਰ ਆਉਣਗੇ। ਸੋ ਮੁਕਾਬਲਾ ਜਿਹੜਾ ਕਿ ਅਕਾਲੀ ਭਾਜਪਾ ਗੱਠਜੋੜ ਜੇ ਹੁੰਦਾ, ਕਾਂਗਰਸ ਤੇ ਆਮ ਆਦਮੀ ਪਾਰਟੀ ਗੱਠਜੋੜ ਜੇ ਹੁੰਦਾ ਤਾਂ ਦੋ ਧਿਰੀ ਸਿੱਧਾ ਮੁਕਾਬਲਾ ਨਜ਼ਰ ਆਉਣਾ ਸੀ। ਪਰ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ 15 ਕੁ ਦਿਨ ਪਹਿਲਾਂ ਬਕਾਇਦਾ ਐਲਾਨ ਕਰ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਕੋਈ ਗੱਠਜੋੜ ਨਹੀਂ, ਇਸ ਕਰਕੇ ਇਹ ਤਸਵੀਰ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਾਫ਼ ਹੋ ਗਈ ਸੀ ਕਿ ਮੁਕਾਬਲਾ ਘੱਟੋ ਘੱਟ 3 ਧਿਰੀ ਹੋਏਗਾ ਤੇ ਕਈ ਲੋਕ ਸਭਾ ਹਲਕਿਆਂ ਦੇ ਵਿੱਚ 4 ਕੋਣਾਂ ਵੀ। ਪਰ ਦੂਸਰੇ ਪਾਸੇ ਇੱਕ ਧੁੰਦ ਜਿਹੜੀ ਸਿਆਸੀ ਤੌਰ ਦੇ ਉੱਤੇ ਛਾਈ ਹੋਈ ਸੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸੰਭਾਵੀ ਗੱਠਜੋੜ ਬਾਰੇ, ਤੇ ਇਹ ਕੋਈ ਕਿਆਸ ਰਾਈਆਂ ਨਹੀਂ ਸੀ, ਇਹ ਕੋਈ ਹਵਾ ਦੇ ਵਿੱਚ ਮਾਰੇ ਗਏ ਤੁੱਕੇ ਨਹੀਂ ਸਨ। ਕਿਉਂਕਿ ਜਦੋਂ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਨੇ 2 ਵਾਰ ਆਖਿਆ ਸੀ ਕਿ ਪੰਜਾਬ ਦੇ ਲੋਕਾਂ ਜਾਂ ਪਾਰਟੀਆਂ ਦੇ ਵਰਕਰਾਂ ਦੀ ਭਾਵਨਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਵੇ, ਜਦੋਂ ਕੈਪਟਨ ਅਮਰਿੰਦਰ ਸਿੰਘ ਵਰਗੇ ਨਵੇਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਈ ਲੀਡਰ ਵੀ ਇਸ ਗੱਲ ਦੀ ਵਿਰੋਧਤਾ ਨਹੀਂ ਸੀ ਕਰਦੇ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਸਿੱਧੇ ਤੌਰ ਦੇ ਉੱਤੇ ਇਸ ਹੱਕ ਦੇ ਵਿੱਚ ਸਨ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕਰਕੇ ਹੀ ਸਿਆਸੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਅੱਗੇ ਵਧਿਆ ਜਾ ਸਕਦਾ ਤੇ ਸੰਭਾਵਨਾ ਆਪਣੇ ਆਪ ਪੈਦਾ ਹੋਣੀਆਂ ਸੀ। ਇੱਥੋਂ ਤੱਕ ਕਿ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਤੋਂ ਬਾਅਦ ਦੂਸਰੀ ਸਭ ਤੋਂ ਵੱਧ ਤਾਕਤਵਰ ਕੁਰਸੀ ਦੇ ਉੱਤੇ ਬੈਠੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੇ 2 ਵਾਰੀ ਕਿਹਾ ਸੀ ਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਲ ਚੱਲ ਰਹੀ ਹੈ ਤੇ 2-3 ਦਿਨਾਂ ਦੇ ਵਿੱਚ ਤਸਵੀਰ ਸਾਫ਼ ਹੋ ਜਾਏਗੀ। ਉਹਦੇ ਕਰਕੇ ਲਗਾਤਾਰ ਇਹ ਚਰਚਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਕਿਸੇ ਵੀ ਵੇਲੇ ਹੋ ਸਕਦਾ ਹੈ। ਪਰ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਇਕੱਲਾ ਪੰਜਾਬ ਸੀ, ਭਾਰਤੀ ਜਨਤਾ ਪਾਰਟੀ ਦੇ ਕੋਲ ਸਾਰਾ ਦੇਸ਼। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਧਿਰ ਐਸੀ ਸੀ ਜਿਸ ਧਿਰ ਨੂੰ ਲੱਗਦਾ ਸੀ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਵੇਂ ਪ੍ਰਾਪਤੀਆਂ ਘੱਟ ਹੋਣ, ਲੋਕ ਸਭਾ ਦੀ ਚੋਣ ਦੇ ਵਿੱਚ ਸੀਟਾਂ ਭਾਵੇਂ 2 ਘੱਟ ਆ ਜਾਣ, ਪਰ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਜੜ ਨਹੀਂ ਛੱਡਣੀ ਚਾਹੀਦੀ। ਸ਼੍ਰੋਮਣੀ ਅਕਾਲੀ ਦਲ ਨੂੰ ਆਪਣਾ ਪੰਥਕ ਤੇ ਕਿਸਾਨੀ ਏਜੰਡਾ ਨਹੀਂ ਛੱਡਣਾ ਚਾਹੀਦਾ। ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਇੱਕ ਧਿਰ ਐਸੀ ਸੀ ਜਿਸ ਧਿਰ ਨੇ ਲਗਾਤਾਰ ਪਾਰਟੀ ਨੂੰ ਅੰਦਰੋਂ ਹਲੂਣਾ ਦਿੱਤਾ ਕਿ ਆਪਾਂ ਪਹਿਲਾਂ 15 ਸਾਲ ਲਗਾਤਾਰ ਇਸ ਗੱਲ ਦੇ ਉੱਤੇ ਝਗੜਦੇ ਰਹੇ ਅਕਾਲੀ ਦਲ ਦੇ ਨਾਲ ਕਿ ਤੁਸੀਂ ਸਾਨੂੰ ਮਾਲਵੇ ਦੇ ਵਿੱਚ ਵਧਣ ਨਹੀਂ ਦਿੰਦੇ, ਤੁਸੀਂ ਸਾਨੂੰ ਸਿਰਫ 23 ਵਿਧਾਨ ਸਭਾ ਤੇ 3 ਲੋਕ ਸਭਾ ਦੀਆਂ ਸੀਟਾਂ ਤੱਕ ਸੀਮਤ ਕਰਕੇ ਰੱਖਿਆ, ਤੇ ਜੇ ਆਪਾਂ ਫਿਰ ਉਸੇ ਅਕਾਲੀ ਦਲ ਦੀ ਝੋਲੀ 'ਚ ਪੈਣਾ ਤਾਂ ਫਿਰ ਪਿਛਲੇ ਸਮੇਂ ਦੇ ਵਿੱਚ ਅੱਡੋ ਅੱਡ ਹੋਣ ਦਾ ਫਾਇਦਾ ਹੋਇਆ ਕੀ। ਸੋ ਕੁੱਲ ਮਿਲਾ ਕੇ 12 ਘੰਟੇ ਪਹਿਲਾਂ ਤੱਕ ਇਹ ਨਹੀਂ ਸੀ ਸਮਝ ਕਿ ਅਕਾਲੀ ਦਲ ਭਾਜਪਾ ਦਾ ਗੱਠਜੋੜ ਹੋਏਗਾ ਕਿ ਨਹੀਂ ਹੋਏਗਾ, ਜੇ ਗੱਠਜੋੜ ਹੋਏਗਾ ਤਾਂ ਕਿਹੜੀ ਧਿਰ ਕਿੰਨੀਆਂ ਸੀਟਾਂ ਲੜੇਗੀ। ਪਰ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਆਖਰਕਾਰ ਐਲਾਨ ਕਰ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਕੱਲਿਆਂ ਚੋਣਾਂ ਲੜੇਗੀ, 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਕਰੇਗੀ। ਜਾਖੜ ਸਾਹਿਬ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਵੀ ਪ੍ਰਤੀਕਿਰਿਆ ਆਉਂਦੀ ਹੈ। ਉਹ ਵੀ ਕਹਿੰਦੇ ਕਿ ਅਸੀਂ ਤਾਕਤ ਦੇ ਲਈ, ਕੁਰਸੀ ਦੇ ਲਈ ਨਹੀਂ ਸਮਝੌਤਾ ਕਰਦੇ, ਅਸੀਂ ਤਾਂ ਪੰਜਾਬ ਦੇ ਪੱਖ ਦਾ ਏਜੰਡਾ ਲੈ ਕੇ ਚੱਲੇ ਹਾਂ। ਠੀਕ ਹੈ, ਸਿਆਸਤ ਹੈ ਤੇ ਸਿਆਸਤ ਦੇ ਵਿੱਚ ਬਹੁਤ ਕੁਝ
कहना ते बहुत कुछ करना पैंदा। जिस तरीके कांग्रेस ते आम आदमी पार्टी किते इकट्ठे ते किते अड्डो अड्ड ने, इसे तरीके 15 दिनों की मुशक्कत तो बाद जो अकाली दल ते भारतीय जनता पार्टी के गठजोड़ वाले पासों ना हो गई, हुण पंजाब की राजनीतिक तस्वीर बिल्कुल बदल गई है। भारतीय जनता पार्टी ने 2 सूबों के यत्न किया कि गठजोड़ हो जाए तो सीटां 4 आ जाण, पर वो दोनों ही सूबों के गठजोड़ करने में फेल होए। एक गठजोड़ उन्होंने उड़ीसा के करने का यत्न किया, जिथे नवीन पटनायक की बीजू जनता दल की सरकार है। 21 लोक सभा दी सीटां ने, नाल ही 147 विधान सभा सीटां लई भी वोटां पैणीआं। कदे बीजू जनता दल दे नाल गठजोड़ हुंदा सी, पर कुछ बरे पहलां वो गठजोड़ टुट गया सी ते नवीन पटनायक अपने तौर के उत्ते जितदे रहे। भारतीय जनता पार्टी ने यत्न किया कि उत्थे गठजोड़ हो जाए तो हुंजा फेरिया जा सकदा, पर सीटां दी वंड दा मसला किसी तण पत्तण नहीं लगा ते भारतीय जनता पार्टी ते नवीन पटनायक दे राह एक बार फिर अड्डो अड्ड रहे। दूसरा सूबा अपना पंजाब, इस पंजाब सूबे दे विच भी अकाली दल ते भारतीय जनता पार्टी का 2-2.5 दहाके लगातार गठजोड़ रहा ते गठजोड़ सफलतापूर्वक चलिया। 3-3 सरकारां बनाईयां इकट्ठियां ने। एक वेला ऐसा भी आ गया सी जदों 11-11 लोक सभा दी सीटां इस गठजोड़ ने जित्तियां पंजाब दे विच। इसे करके पार्टी के कई लीडरां नूं लगदा सी कि जे दोबारा एकमुठ हो जाण, जे दोबारा गठजोड़ हो जाए तो काम सूतर आ सकदा। पर एक तां किसानां दा विरोध, किसान मोर्चा, किसानां दे मुद्दिआं दा दोबारा मुख धारा दे विच आउणा ते दूसरा कुछ एक पंथक मुद्दिआं दे उत्ते दोवां धिरां दे विच सहमति दा ना बनना, ये 2 वड्डियां रुकावटां रहीआं ते तीसरी रुकावट रही सीटां दी। क्योंकि भारतीय जनता पार्टी नूं लगदा सी कि असीं 3 लोक सभा दीआं सीटां ते चोण लड़दे रहे हां ते पुरानी तनख्वाह ते तां काम पाई आपां करदे नहीं, घट्टो घट्ट 5 सीटां दिओ, 6 दी मंग करदे सी ओह। ते श्रोमणी अकाली दल नूं लगदा सी कि जे असीं 6 या 5 सीटां भारतीय जनता पार्टी नूं दे दईए तो सारे देश दे विच फिर असीं 7 या 8 सीटां ते चोण लड़ांगे ते अकाली दल दा आधार तां होर सुंगड़ जाऊ। सो दोवां धिरां दे विचाले बनदिआं बनदिआं सहमति तड़क करके टुट गई ते हुण इह गल क्लीयर हो चुकी है कि पंजाब दे बहुते लोक सभा हलकिआं दे विच 4 कोणा मुकाबला होएगा। कुछ एक लोक सभा हलके जिवें कि संगरूर, जिवें कि बठिंडा, ये लोक सभा हलके ऐसे होणगे जिथे 5 कोणा मुकाबला होएगा ते यही स्थिति लुधियाणे दे विच भी आ सकती है। सो 4 या 5 कोणे मुकाबले दे विच किहदा सूत लगदा है? मैं एक छोटी जी उदाहरण दिना। संगरूर लोक सभा हलके की जिमनी चोण हुई, उत्थे मुख पार्टियां चोण लड़ रही सी, कांग्रेस, आम आदमी पार्टी, श्रोमणी अकाली दल ते भारतीय जनता पार्टी। पर ये 4 पार्टियां चोण नहीं सी जित सकियां, जिन्हां दे विचों 3 राष्ट्रीय पार्टियां सी ते 1 अकाली दल खेतरी पार्टी। तो इन्हां 4 नूं खूंजे ला के श्रोमणी अकाली दल अमृतसर के प्रधान सरदार सिमरनजीत सिंह मान चोण जित गया सी संगरूर लोक सभा हलके तो। इस करके हुण जदों कांग्रेस के अड्ड कैंडीडेट होणगे, भाजपा के उम्मीदवार अलग होणगे, वखरे उम्मीदवार अकाली दल के होणगे ते आम आदमी पार्टी ने तो उम्मीदवारों का ऐलान वैसे ही कर दिता 8 सीटां ते। इस करके 4 कोणा मुकाबला ते जिन्हां लोक सभा हलकियां दे विच 5 कोणा मुकाबला होएगा, उत्थे किसी दे भी जित या किसी दे भी हार की संभावना बनी रहू। कोई पता ही नहीं लगना कि कौन बंदा किधरले पासों किहदियां वोटां ते किहदे समर्थक पट के लै गया। हुण नवीआं स्थितियां दे मुताबक सानू पंजाब दी राजनीति दा नवें सिरे तो मुलांकण करना पएगा। हर एक लोक सभा हलके दे विच हुण अंकड़ा गणित जिहड़ा दुबारा खंगालना पएगा। जिहड़े लीडरां नूं लगदा सी कि भाई साडी जित तकरीबन किनारे ते पई है, उन्हां दे विचों कुछ एक उम्मीदवारां नूं हुण अपनी जित भुरक दूर जापण लग पई है ते जिहड़े वख-वख सियासी पार्टियां दे लीडरां नूं लगदा सी कि भाई सिद्धिआं मुकाबलिਆਂ ਦੇ ਵਿੱਚ ਸਾਡੀ ਤਾਂ ਗੱਲ नहीं ਬਣਨੀ, ਹੁਣ ਜਦੋਂ क्लीयर हो चुका कि घट्टो घट 4 कोणे मुकाबले होणगे ਤਾਂ उन्हां लीडरां नूं भी एक बार फिर आस ਵੱਜੀ है कि नहीं भाई जे जोर लाइए तो दा साडा लग सकता है। सो पंजाब दे विच 2024 ਦੀਆਂ आउण वालीਆਂ लोक सभा चोणां जिन्हां दे लई 1 जून नूं पैणीਆਂ वोटां ते 4 जून नूं आउणा नतीजा, उस 4 जून नूं आउण वाले नतीजे दे लई हुण समीकरण तब्दील हो गए। सवाल किते ना किते ये भी पैदा हुंदा है कि की ये गठजोड़ां दा ना होना लोकां दे अखां दे विच घट्टा पाउण वाली गल तां नहीं, कि किते ये गठजोड़ां दा ना होना सिर्फ सियासी तौर दे उत्ते बहुत सारे निशाने साधण दी गल तां नहीं। क्योंकि एक पासे इंडिया गठजोड़ के तहत कांग्रेस ते आम आदमी पार्टी सारे देश दे विच एक ने ते पंजाब च अड्डो अड्ड ने, ते जे इंडिया गठजोड़ नूं सफलता मिलती है तां की पंजाब दे विचों इन्हां दोनों तरह के जिते हुए मैंबर पार्लीमेंट उस इंडिया गठजोड़ के हक दे विच फिर लोक सभा च वोटां नहीं पाउणगे? दूसरा, जे भारतीय जनता पार्टी की अगवाई वाला NDA गठजोड़ अगे वधदा है
लगातार 2 वार सरकार बनाने तो बाद तीसरी वार भी वो सिरे लगता है तो की वोटां पैण तो बाद जे श्रोमणी अकाली दल नूं किते ना किते सफलता मिलती है तो भारतीय जनता पार्टी नूं कुछ एक मैंबर पार्लीमेंटां की लोड़ हुंदी है तो की घट्टो घट्ट सांझे प्रोग्राम के तहत वोटां तो बाद उधरले पासे पुनर्विचार की कोई संभावना बाकी बचेगी कि नहीं बचेगी। ये सारियां गल्लां अपने आप दे विच कुछ हद तक पंजाब के लोगों के मनां दे विच तूफान मचा रही ने। पर पिछले 14 घंटिया दे विच पंजाब की राजनीति दे विच तूफान जिहा आया, गठजोड़ां की संभावना खत्म हो गई। लंबे समय तो चलदी चर्चा चलदियां मीटिंगां दा सिलसिला जिहड़ा वो ढह ढेरी हो गया ते उस सिलसिले दे ढह ढेरी होण तो बाद हुण पंजाब दे लोकां दी वख-वख लोक सभा हलकिਆਂ दे विच दिलचस्पी वध गई है। कौन जाएगा किधर नूं, किहनूं किन्नियां पैणगीਆਂ वोटां, चर्चा करांगे हुण इकल्ले हलके दी कि किधरले पासे नूं गल जाऊगी। पर पंजाब दी राजनीति दे विच रवनीत सिंह बिट्टू होरां ने भुचाल लियाता। रवनीत बिट्टू साबका मुख मंत्री पंजाब बेअंत सिंह होरां दे परिवार दे विचों ने। रवनीत बिट्टू पंजाब यूथ कांग्रेस की पौड़ी चढ़ के कांग्रेस पार्टी की मुख्यधारा दे विच आउण वाले लीडर ने। सब तो पहला रवनीत सिंह बिट्टू नूं टिकट दित्ती गई सी श्री आनंदपुर साहब लोक सभा हलके तो ते उन्हां जित भी प्राप्त की सी। उहदे तो 5 साल बाद उन्हां नूं 2014 दे विच आनंदपुर साहब हलके तो बदल के लुधियाणे लिआंदा गया। लुधियाणे तो उन्होंने एक बार फिर जित दर्ज की। फिर तीसरी टिकट उन्होंने फिर 2019 दे विच लुधियाना लोक सभा हलके तो कांग्रेस ने दी ते रवनीत सिंह बिट्टू लगातार तीसरी बार भी लोक सभा दीयां पौड़ियां चढ़न दे विच सफल रहे। वो भी उस वेले जदों कांग्रेस पार्टी दे कहिंदे कहाउंदे लीडर ढह ढेरी हो गए सी। हाँ, इहदे विचाले एक बार उन्होंने 2017 दे विच जलालाबाद विधान सभा हलके दे विच भी भेजिया गया सी, जिथे उन्होंने सरदार सुखबीर सिंह बादल ते ਇਹਦੇ ਨਾਲ मौजूदा मुख मंत्री पंजाब भगवंत सिंह मान का मुकाबला किया सी। बहुत चर्चित मुकाबला रहा सी ते ਉਹਦੇ ਵਿੱਚ सुखबीर सिंह बादल उस वेले चोण जित गए सन। हुण रवनीत सिंह बिट्टू अचानक कांग्रेस छड्डदे आ, कोई चर्चा नहीं, कोई कंसोर नहीं, भोरा भी धुआं नहीं निकलदा, क्योंकि एक गल तो मन्नी जा रही सी कि रवनीत सिंह बिट्टू दे कांग्रेस पार्टी की हाईकमांड दे नाल संबंध बड़े चंगे आ। एक गल तो बड़ी स्पष्ट सी कि रवनीत सिंह बिट्टू जे लुधियाने तो चोण लड़ना चाहते तो उन्होंने लुधियाने तो टिकट मिलती सी। जे वो हल्का बदल के श्री आनंदपुर साहब जाना चाहते तो वो आनंदपुर साहब भी जा सकते सी अपने पुराने हल्के च। ते इन्नी क उन्हां दी मस कांग्रेस पार्टी की हाईकमांड दे विच बिल्कुल स्पष्ट सी कि जे रवनीत सिंह बिट्टू चाहते कि भाई मैं चंडीगढ़ तो चोण लड़नी है, जिहड़ा कि मुकाबलतन सुरक्षित हल्का मन्निया जा रहा आम आदमी पार्टी ते कांग्रेस के गठजोड़ दे करके, तो कांग्रेस पार्टी की हाईकमांड ने बहुती ना नहीं सी उन्हां नूं करनी। तुसीं ये देखो, ये मत सोचा जाए कि कांग्रेस पार्टी ने एक मैंबर पार्लीमेंट छड्ड के क्या किसी की सहमति हो या किसी की असहमति। तुहानूं याद है कि रवनीत सिंह बिट्टू नूं लोक सभा दे विच कांग्रेस पार्टी ने कुछ एक महीनों के लिए पार्टी का उपनेता बना के रखिया ते उस अहुदे दे उत्ते किसी वेले कैप्टन अमरिंदर सिंह भी सन। यानी कि जिहड़ा लीडर कुछ साल पहलां लोक सभा दे विच भारत की पार्लीमेंट दे विच दूसरे नंबर के उत्ते कांग्रेस पार्टी नूं लीड कर रहा सी, वो मैंबर पार्लीमेंट वो कांग्रेस पार्टी का लीडर चुप चपीते कांग्रेस नूं छड्ड के भारतीय जनता पार्टी दे विच शामिल हो गया। ये कांग्रेस पार्टी के लिए बहुत बड़ा झटका। कांग्रेस पार्टी 1.5 महीने दे विच 2 मैंबर पार्लीमेंट गवा चुकी है। इहदे तो पहलां बीबी परनीत कौर जिहड़े कि पटियाले तो लगातार जित के MP बन रहा सी, एक 2014 नूं छड्ड के वो बीबी परनीत कौर कांग्रेस पार्टी छड्ड के भारतीय जनता पार्टी दे विच चले गए। दूसरे नंबर के उत्ते हुण मैंबर पार्लीमेंट रवनीत बिट्टू होरां दा कांग्रेस नूं छड्ड के भारतीय जनता पार्टी दे विच जाना अपने आप दे विच कांग्रेस दे लई जिथे बहुत वड्डा झटका, उत्थे भारतीय जनता पार्टी वाले तो हुण लड्डू लुड्डू कुछ ना कुछ खांदे होणगे, क्योंकि 2-2 MP 1.5 महीने दे विच जदों किसी पार्टी नूं छड्ड के चले जांदे आ ते ये अपने आप दे विच काफ़ी ज़्यादा मायने रखाउण वाली गल है। ते तीसरा झटका कांग्रेस पार्टी नूं पिछले दिन ही उदों लगा सी जदों पंजाब विधान सभा दे विच कांग्रेस पार्टी विधानकर दल दे उप नेता डॉक्टर राजकुमार ਚੱਬੇਵਾਲ, जिन्हों ने कि पिछली लोक सभा की चोण भी हुशियारपुर तो कांग्रेस पार्टी वालों लड़ी सी, वो डॉक्टर राजकुमार ਚੱਬੇਵਾਲ होरी भी कांग्रेस पार्टी नूं छड्ड के आम आदमी पार्टी चले गए सी। हुण ये सारा कुछ की दसदा है कि कांग्रेस पार्टी के दीवे दे विचों तेल मुक रिहा, कि कांग्रेस पार्टी के दीवे च तेल हैगा पर उहदे विच रूह दी बत्ती है नहीं, कि कांग्रेस पार्टी तो पंजाब के लीडरां दा मोह भंग हो रहा है, कि कांग्रेस पार्टी दे विच रह के उन्हां नूं अपना सियासी भविख धुंधला नज़र आ रहा है। क्योंकि जे इन्हां सारे लीडरां नूं लगदा होवे कि असीं कांग्रेस पार्टी दे विच रह के जित सकते हैं, लोक सभा दीयां पौड़ियां चढ़ सकते हैं, विधान सभा दे विच कोई प्राप्ति कर सकते हैं, तो कदे भी ना चाहते।
ਇਹ ਤਿੰਨ ਝਟਕਿਆਂ ਤੋਂ ਕਾਂਗਰਸ ਪਾਰਟੀ ਉਭਰੇਗੀ ਕਿਵੇਂ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕਾਂਗਰਸ ਪਾਰਟੀ ਦੇ ਲਈ ਸਵਾਲ ਹੈ। ਰਵਨੀਤ ਸਿੰਘ ਬਿੱਟੂ ਦੇ ਚੁੱਪ ਚਪੀਤੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ ਤੁਸੀਂ ਦੇਖੋ ਕਿ ਲੁਧਿਆਣਾ ਲੋਕ ਸਭਾ ਹਲਕੇ ਦਾ ਹੁਣ ਬਣੂਗਾ ਕੀ, ਕਿਉਂਕਿ ਲੁਧਿਆਣਾ ਲੋਕ ਸਭਾ ਹਲਕੇ ਤੋਂ ਹੀ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਪਾਰਟੀ ਵੱਲੋਂ ਬਿੱਟੂ ਸਾਹਿਬ ਚੋਣ ਲੜਨਗੇ, ਤੇ ਇਹ ਵੀ ਮੰਨਿਆ ਜਾ ਰਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਵੱਲੋਂ 2 ਲੀਡਰ ਦਾਅਵੇਦਾਰ ਨੇ, ਤੇ ਸਭ ਤੋਂ ਵੱਡੀ ਦਾਅਵੇਦਾਰੀ ਪੇਸ਼ ਕਰ ਰਹੇ ਸੀ ਸਰਦਾਰ ਪਰਮਿੰਦਰ ਸਿੰਘ ਬਰਾੜ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਲੰਬਾ ਸਮਾਂ ਸਰਗਰਮ ਰਹੇ। ਉਹਦੇ ਤੋਂ ਬਾਅਦ ਹੁਣ ਪਿਛਲੇ ਕੁਝ ਕੁ ਵਰ੍ਹਿਆਂ ਤੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਪੰਜਾਬ ਇਕਾਈ ਦੇ ਜਨਰਲ ਸੈਕਟਰੀ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਨੇ। ਉਹਨਾਂ ਦੇ ਪਾਰਟੀ ਹਾਈ ਕਮਾਂਡ ਦੇ ਨਾਲ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਦੇ ਨਾਲ ਸੰਬੰਧ ਵੀ ਗੂੜੇ ਸਨ। ਹੁਣ ਜਦੋਂ ਪਰਮਿੰਦਰ ਸਿੰਘ ਬਰਾੜ ਹੋਰੀ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਦਾਅਵੇਦਾਰ ਸਨ, ਕੈਂਡੀਡੇਟ ਸਨ, ਤਾਂ ਕੀ ਰਵਨੀਤ ਸਿੰਘ ਬਿੱਟੂ ਹੋਰਾਂ ਦੇ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣ ਤੋਂ ਬਾਅਦ ਕੀ ਹੁਣ ਰਵਨੀਤ ਬਿੱਟੂ ਲੁਧਿਆਣੇ ਤੋਂ ਹੀ ਦੁਬਾਰਾ ਚੋਣ ਲੜਨਗੇ? ਕਿਉਂਕਿ ਇਹ ਵੀ ਆਪਣੇ ਆਪ ਦੇ ਵਿੱਚ ਮੰਨਿਆ ਜਾ ਰਿਹਾ ਨਾ ਕਿ ਲੁਧਿਆਣਾ ਇੱਕੋ ਇੱਕ ਐਸਾ ਲੋਕ ਸਭਾ ਹਲਕਾ ਜਿੱਥੇ ਸ਼ਹਿਰੀ ਵੋਟ ਬੈਂਕ ਬੜਾ ਹੈ, ਤੇ ਸ਼ਹਿਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਵੋਟ ਬੈਂਕ ਨੂੰ ਕੁਝ ਹੱਦ ਤੱਕ ਕਾਮਯਾਬ ਰੱਖਣ ਦੇ ਵਿੱਚ ਸਫਲ ਵੀ ਰਹੀ ਹੈ। ਇਹਦੀ ਉਦਾਹਰਣ ਸਾਨੂੰ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚੋਂ ਮਿਲ ਚੁੱਕੀ ਹੈ, ਜਦੋਂ 2 ਵਿਧਾਨ ਸਭਾ ਹਲਕੇ ਜਿਹੜੇ ਜਲੰਧਰ ਸ਼ਹਿਰ ਦੇ ਨੇ ਉਹਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਬਾਕੀ ਸਿਆਸੀ ਪਾਰਟੀਆਂ ਤੋਂ ਅੱਗੇ ਜਿਹੜੀ ਉਹ ਨਿਕਲ ਗਈ ਸੀ। ਹੁਣ ਜੇ ਰਵਨੀਤ ਸਿੰਘ ਬਿੱਟੂ ਲੁਧਿਆਣਾ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਹੁੰਦੇ ਆ, ਕਿਉਂਕਿ ਬੀਜੇਪੀ ਨੂੰ ਤਾਂ ਉੱਥੋਂ ਬੰਦਾ ਚਾਹੀਦਾ, ਤੇ ਬੀਜੇਪੀ ਨੂੰ ਜੇ 3 ਵਾਰ ਦਾ ਐਮਪੀ ਮਿਲਦਾ ਹੈ, 2 ਵਾਰ ਦਾ ਲਗਾਤਾਰ ਇਸ ਹਲਕੇ ਤੋਂ ਮੌਜੂਦਾ ਐਮਪੀ ਮਿਲਦਾ, ਤੇ ਅਗਲੇ ਟਿਕਟ ਕਿਉਂ ਨਹੀਂ ਦੇਣਗੇ? ਇਸ ਕਰਕੇ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਸੰਭਾਵਨਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਹੁਣ ਲੁਧਿਆਣੇ ਤੋਂ ਕੈਂਡੀਡੇਟ ਹੋਣਗੇ। ਪਰ ਨਾਲ ਦੀ ਨਾਲ ਸਵਾਲ ਤਾਂ ਇੱਥੇ ਆ ਕੇ ਵੀ ਖੜਦਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਫਿਰ ਟਿਕਟ ਕਿਹਨੂੰ ਮਿਲੇਗੀ? ਕਾਂਗਰਸ ਪਾਰਟੀ ਵੱਲੋਂ ਹੁਣ ਭਾਰਤ ਭੂਸ਼ਣ ਆਸ਼ੂ ਹੋਰਾਂ ਦੇ ਨਾਂ ਦੀ ਚਰਚਾ ਹੈ ਕਿ ਹੋ ਸਕਦਾ ਕਿ ਭਾਰਤ ਭੂਸ਼ਣ ਆਸ਼ੂ ਜਿਹੜੇ ਨੇ ਉਹਨਾਂ ਨੂੰ ਕਾਂਗਰਸ ਪਾਰਟੀ ਟਿਕਟ ਦੇ ਦੇ। ਉਹ ਰਵਨੀਤ ਬਿੱਟੂ ਹੋਰਾਂ ਦੇ ਬੜੇ ਨੇੜਲੇ ਬੰਦੇ ਰਹੇ ਹੈ। ਰਵਨੀਤ ਬਿੱਟੂ ਹੋਰਾਂ ਦੇ ਨਾਲ ਸਾਹ 'ਚ ਸਾਹ ਭਰਦੇ ਹੁੰਦੇ ਸੀ, ਮੋਢੇ ਦੇ ਨਾਲ ਮੋਢਾ ਜੋੜ ਕੇ ਤੁਰਦੇ ਸੀ। ਇਹਦੇ ਤੋਂ ਬਿਨਾਂ ਵੀ ਕਾਂਗਰਸ ਪਾਰਟੀ ਦੇ ਕੋਲੇ ਕਈ ਮੰਨੇ ਪ੍ਰਮੰਨੇ ਲੀਡਰ ਹੈਗੇ ਨੇ। ਇਹਦੇ ਤੋਂ ਬਿਨਾਂ ਵੀ ਕਾਂਗਰਸ ਪਾਰਟੀ ਦੇ ਕਈ ਸਾਬਕਾ ਐਮਪੀ ਤੇ ਸਾਬਕਾ ਐਮਐਲਏ ਉਹ ਲੁਧਿਆਣੇ ਦੇ ਵਿੱਚ ਸਰਗਰਮ ਨੇ। ਇਹ ਵੀ ਹੋ ਸਕਦਾ ਹੈ ਕਿ ਮਨੀਸ਼ ਤਿਵਾੜੀ ਸਾਹਿਬ ਜਿਹੜੇ ਕਿ ਮੌਜੂਦਾ ਸਮੇਂ 'ਚ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਐਮਪੀ ਨੇ, ਉਹਨਾਂ ਨੂੰ ਲੁਧਿਆਣੇ ਲਿਆ ਕੇ ਚੋਣ ਲੜਾਈ ਜਾਵੇ, ਕਿਉਂਕਿ ਪਹਿਲਾਂ ਵੀ ਕਾਂਗਰਸ ਪਾਰਟੀ ਦੀ ਟਿਕਟ ਤੇ ਲੁਧਿਆਣੇ ਤੋਂ ਚੋਣ ਲੜ ਚੁੱਕੇ ਹੈ। ਸੋ ਲੁਧਿਆਣੇ ਦੇ ਸਿਆਸੀ ਸਮੀਕਰਨ ਬਿੱਟੂ ਸਾਹਿਬ ਦੇ ਸਿਆਸੀ ਕਦਮ ਤੋਂ ਬਾਅਦ ਬਿਲਕੁਲ ਬਦਲ ਗਏ। ਤੇ ਸਵਾਲ ਇੱਥੇ ਵੀ ਪੈਦਾ ਹੁੰਦਾ ਹੈ ਕਿ ਜੇ ਅਕਾਲੀ ਭਾਜਪਾ ਗੱਠਜੋੜ ਹੁੰਦਾ ਤੇ ਗੱਲ ਵੱਖਰੀ ਸੀ, ਪਰ ਕਿਉਂਕਿ ਹੁਣ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਟੁੱਟ ਗਿਆ, ਹੁਣ ਦੋਏ ਧਿਰਾਂ ਨੇ ਆਪੋ ਆਪਣੇ ਦਮ ਤੇ ਚੋਣ ਲੜਨੀ। ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਕੌਣ ਹੋਏਗਾ? ਮੈਨੂੰ ਯਾਦ ਹੈ ਕੁਝ ਮਹੀਨੇ ਪਹਿਲਾਂ ਵਿਪਨ ਕਾਕਾ ਸੂਦ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਲਿਆ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਲੁਧਿਆਣਾ ਲੋਕ ਸਭਾ ਹਲਕੇ ਦਾ ਇੰਚਾਰਜ ਬਣਾਤਾ ਸੀ। ਕੀ ਵਿਪਨ ਕਾਕਾ ਸੂਦ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੋਣਗੇ, ਜਾਂ ਸਰਦਾਰ ਮਨਪ੍ਰੀਤ ਸਿੰਘ ਇਆਲੀ ਜਿਨ੍ਹਾਂ ਨੇ ਲੰਬੇ ਸਮੇਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਦੀ ਪਿੱਠ ਥਾਪੜੀ ਸੀ ਕਿ ਤੁਸੀਂ ਠੀਕ ਫੈਸਲਾ ਕੀਤਾ, ਤੁਸੀਂ ਚੰਗਾ ਫੈਸਲਾ ਕੀਤਾ, ਜਿਹੜਾ ਭਾਜਪਾ ਦੇ ਨਾਲ ਗੱਠਜੋੜ ਨਹੀਂ ਕੀਤਾ? ਕੀ ਮਨਪ੍ਰੀਤ ਸਿੰਘ ਇਆਲੀ ਜਿਹੜੇ ਕਿ ਦਾਖਾ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਦੂਸਰੀ ਵਾਰ ਐਮਐਲਏ ਬਣੇ ਆ, ਜਿਹੜੇ ਅਕਾਲੀ ਦਲ ਵਿਧਾਨਕਾਰ ਦਲ ਦੇ ਨੇਤਾ ਨੇ, ਕੀ ਉਹਨਾਂ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਮਨਾ ਪਾਏਗਾ? ਕਿਉਂਕਿ ਜੇ ਉਹ ਚੋਣ ਲੜਨ ਦੇ ਲਈ ਮੰਨਦੇ ਆ ਤੇ ਉਹਨਾਂ ਦਾ ਪ੍ਰਭਾਵ ਤਕੜਾ ਹੈ। ਤੀਸਰਾ, ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਹਲਕੇ ਤੋਂ ਚੋਣ ਲੜਦੇ ਰਹੇ ਹੈ। ਕੀ ਮਹੇਸ਼ਿੰਦਰ ਸਿੰਘ ਗਰੇਵਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਹੋਣਗੇ? ਤੇ ਸਭ ਤੋਂ ਵੱਡਾ ਸਵਾਲ ਸਿਮਰਜੀਤ ਸਿੰਘ ਬੈਂਸ ਹੋਰਾਂ ਦਾ ਕੀ ਬਣੇਗਾ? ਕਿਉਂਕਿ ਜਦੋਂ ਤੱਕ ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਸੀ ਹੋਏ, ਉਦੋਂ ਤੱਕ ਇੱਕ ਸਮੀਕਰਨ ਇਹ ਵੀ ਬਣਦੇ ਸੀ, ਕਿਉਂਕਿ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਭਾਜਪਾ ਦੇ ਉਮੀਦਵਾਰ ਨੂੰ ਵੋਟਾਂ ਪਾਈਆਂ ਸੀ। ਉਹਨਾਂ ਨੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ, ਤੇ ਹੋਰ ਵੀ ਕਈ ਮੌਕਿਆਂ ਦੇ ਉੱਤੇ ਸਰਦਾਰ ਸਿਮਰਜੀਤ ਸਿੰਘ ਬੈਂਸ ਭਾਰਤੀ ਜਨਤਾ ਪਾਰਟੀ ਦੇ ਨੇੜੇ ਨਜ਼ਰ ਆਏ ਸੀ। ਇਸ ਕਰਕੇ ਲੱਗਦਾ ਸੀ ਕਿ ਲਗਾਤਾਰ 2 ਲੋਕ ਸਭਾ ਦੀਆਂ ਚੋਣਾਂ ਦੇ ਵਿੱਚ, ਕਿਉਂਕਿ ਆਪਣੇ ਦਮ ਤੇ ਸਰਦਾਰ ਸਿਮਰਜੀਤ ਸਿੰਘ ਬੈਂਸ ਲੱਖਾਂ ਵੋਟਾਂ ਲੈ ਗਿਆ ਸੀ, ਤੇ ਹੁਣ ਤਾਂ ਐਮਐਲਏ ਵੀ ਨਹੀਂ, ਕਿ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਜਾਣ, ਜਾਂ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਇਸ ਲੋਕ ਸਭਾ ਹਲਕੇ ਤੋਂ ਸਪੋਰਟ ਦੇ ਕੇ ਲੁਧਿਆਣਾ ਲੋਕ ਸਭਾ ਹਲਕਾ ਜਿੱਤਣ ਦੀ ਕੋਸ਼ਿਸ਼ ਕਰੇ। ਪਰ ਜਦੋਂ ਹੁਣ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਏ
ਤੇ ਸਰਦਾਰ ਸਿਮਰਜੀਤ ਸਿੰਘ ਬੈਂਸ ਹੋਰਾਂ ਦਾ ਸਿਆਸੀ ਪੈਂਤੜਾ ਹੋਏਗਾ ਕਿ ਇਸ फैसले ने भी लुधियाना लोक सभा हल्के की चोण के उत्ते वड्डा प्रभाव पाउणा। आम आदमी पार्टी अजे उम्मीदवार लभ रही है कि किसी लुधियाने के MLA नूं उम्मीदवार बनाया जाएगा जां किसी वड्डे कारोबारी नूं उम्मीदवार बनाया जाएगा। राज सभा के एक मैंबर के उत्ते भी नज़रां टिकियां कि उस राज सभा के मैंबर नूं लोक सभा की चोण लड़ा के जे लोक सभा च भेज दईए तां गल बनदी कि नहीं बनदी, पर 5 कोणा मुकाबला लुधियाने च हो सकता है। इक्को एक लोक सभा हल्का जिथे शहरी वोट 60% तो भी उपर है, सिर्फ 3 विधान सभा हल्के पेंडू खेत्र दे ने। इस करके रवनीत बिट्टू होरां दे इस कदम ने जिथे बहुत सारे कांग्रेसी उन्हां दी जान सुकने पाती है, कांग्रेस पार्टी दी लीडरशिप नूं चिंता दे विच पा दिता है, उत्थे नाल दी नाल लुधियाना लोक सभा हल्के दे समीकरण जिहड़े ने वो बिल्कुल बदल के रख दिते है। इसे तरीके पटियाला, इसे तरीके बठिंडा, इसे तरीके फिरोजपुर, जलंधर, गुरदासपुर ते अमृतसर अकाली दल ते भारतीय जनता पार्टी के गठजोड़ ना होने का असर इन्हां 5 लोक सभा हल्कियां दे उत्ते भी पूरा पएगा। इस वेले एक बहुत वड्डा सवाल यह है कि की भारतीय जनता पार्टी दे कोल, क्योंकि उन्होंने पहली बार 13 दे 13 लोक सभा हल्कियां दे विच अपने उम्मीदवार खड़े करने ते वो भी बिना श्रोमणी अकाली दल दे नाल गठजोड़ तो, तां कौन उम्मीदवार होएगा, किहदा किहदा दा लगेगा? कि भारतीय जनता पार्टी अपने टकसाली जिहड़े लीडर ने, पुराने लीडर ने, उन्हां दी विचारधारा दे नाल पूरी तरह संबंध रखण वाले लीडर ने, कि बीजेपी उन्हां नूं टिकटां देगी जां दूसरे पासे दूसरियां पार्टियां दे विचों आए हुए वड्डे लीडर जिहड़े ने उन्हां नूं टिकटां दे के नवाजिया जाएगा। जिथों तक हुण तक भारतीय जनता पार्टी दा टिकटां वंडण दा फार्मूला सारे देश दे विच है, उहनूं देखदिआं लगदा कि भाई बाहरों आए बंदिआं नूं वैलकम किया जाऊगा। हरियाणे दे विच नवीन जिंदल नूं अद्धा घंटा होया सी अजे भारतीय जनता पार्टी शामिल होया, अगलियां टिकट दे दित्ती। इसे तरीके झारखंड दे विच बीबी सीता सोरेन 3 वार दी MLA वो 4 दिन पहला बीजेपी दे विच आई सी ते टिकटां उन्हां नूं भी देतियां। हिमाचल प्रदेश दे विच 6 कांग्रेस के विधायक जिन्हां नूं अयोग करार दिता सी वो 6 दे 6 बीजेपी दे विच शामिल होए ते 6 नूं टिकटां देतियां ज़मीनी चोण दे विच। इदां दे बहुत सारे मामले साडे सामने जिथे दूसरियां पार्टियां दे विचों आए हुए लीडरां नूं भारतीय जनता पार्टी ने अद्धे घंटे तो लैके 4-4 दिनों के बड़े सियासी तजर्बे जिहड़े बीजेपी चोणां दे ने उन्हां नूं मुख रखदिआं टिकटां दित्तियां। जे रवनीत बिट्टू लुधियाने तो उम्मीदवार बनते हैं, जे बीबी परनीत कौर उम्मीदवार बनते हैं पटियाले तो, जे राणा सोढी होरां नूं फिरोजपुर तो दित्ती जाती है टिकट, तां इहदा मतलब की निकलूगा? पिछली बार इंदर इकबाल सिंह अटवाल अकाली दल चों आए सी, उन्हां नूं जलंधर लोक सभा हल्के की जिमनी चोण दे विच उम्मीदवार बनाया सी। जे तुहानूं याद होवे जदों सरदार सिमरनजीत सिंह मान संगरूर तो जिते है ते उदों केवल सिंह ढिल्लों कांग्रेस दे विचों आए सी, उन्हां नूं भारतीय जनता पार्टी का उम्मीदवार जिहड़ा वो बनाया गया सी। जानी कि बीजेपी दी पंजाब दीआं 13 सीटां दे उत्ते टेक दूसरियां पार्टियां दे विचों आए हुए उम्मीदवारां दे उत्ते होएगी, लीडरां दे उत्ते होएगी। तां की भारतीय जनता पार्टी का पुराना काडर, की भारतीय जनता पार्टी के वो वर्कर ते वो लीडर ਜਿਹੜੇ पिछले कई वरियां तो लगातार इस उड़ीक दे विच बैठे ने कि जे कदे भारतीय जनता पार्टी अपने दम ते चोण लड़े तो हो सकता कि भाई सानू टिकटां मिलण, कि वो निराश नहीं होणगे? कि दूसरियां पार्टियां दे उत्ते निर्भरता भारतीय जनता पार्टी दे पंजाब दे विच पैर ला सकेगी? ये बहुत वड्डा सवाल है। आपां कुछ हलकियां दा जिक्र करते हैं। बठिंडा लोक सभा हलका 5 कोणा मुकाबला तय, खिच दित्ती गई है लीक, उत्थे एक बारी फिर लगूगा ढोल दे उत्ते डगा, क्योंकि एक गल क्लीयर है कि श्रोमणी अकाली दल वालों बीबी हरसिमरत कौर बादल ही चोण लड़नगे। पिछली लगातार 3 वार दी उन्हां दी झंडी रही है इस मुद्दे ते, चाहे उन्हां दा मुकाबला अमरिंदर सिंह राजा वड़िंग दे नाल होया, चाहे उन्हां दा मुकाबला मनप्रीत सिंह बादल दे नाल होया, ते चाहे उन्हां दा मुकाबला कैप्टन अमरिंदर सिंह दे बेटे युवराज राणिंदर सिंह दे नाल होया। हर वारी मुकाबला सख्त होया, पर बीबी हरसिमरत कौर बादल जेतू होकर निकलते रहा, तो केंद्र सरकार दे विच उन्होंने मंत्री की कुर्सी भी जिहड़ी वो कई बार सांभी। ऐतकी एक बार फिर बीबी बादल दीयां सरगर्मियां वधियां होईयां ने, उन्होंने पिंडां तक मीटिंगां का सिलसिला पिछले 6 महीनों तो तेज़ किया होया। इहदा मतलब कि बीबी बादल का मुकाबला होएगा कैबिनेट मंत्री ते आम आदमी पार्टी के कैंडीडेट गुरमीत सिंह खुड्डियां होरां दे नाल। ते गुरमीत सिंह खुड्डियां होरां ने वड्डे बादल साहब नूं लंबी विधान सभा हल्के तो पिछलियां विधान सभा दीयां चोणां दे विच हराया सी। बहुता कोई दोष दाग भी नहीं, कैबिनेट मंत्री के तौर के उत्ते भी उन्होंने नरम मंत्री के तौर पर जानिया जाता सी। अजे तक कोई खास विरोध उन्हों का देखने को मिलिया नहीं। इस करके
आम आदमी पार्टी पहली बार इस लोक सभा हलके तो चंगियां वोटां लैण दी आस दे विच है। सवाल नंबर 2, कांग्रेस पार्टी टिकट किहनूं देगी? कांग्रेस पार्टी वालों एक तो बीबी अमृता वड़िंग के नाम का चर्चा है। अमरिंदर सिंह राजा वड़िंग कांग्रेस पार्टी के सूबा प्रधान की धर्मपत्नी कि बीबी अमृता वड़िंग जिहड़े लगातार सरगर्म रहिंदे आ, हो सकता कि बीबी बादल का मुकाबला करने के लिए ऐतकी कांग्रेस पार्टी उन्होंने हरी झंडी देवे। दूसरा, बादल पिंड के महेशिंद्र सिंह बादल लंबे समय तो कांग्रेसी ने बादल परिवार का मुकाबला भी करते रहे। उन्होंने बेटे साहिब सिंह बादल की भी चर्चा कि सरगर्म वो भी ने कि जे कांग्रेस की टिकट मिले तो गल तां बनती है। इसे तरीके कांग्रेस पार्टी वालों कई होर वड्डे लीडरां दे नावां दी भी चर्चा कि उन्होंने मैदान दे विच जिहड़ा वो लिआंदा जा सकदा। भारतीय जनता पार्टी का बठिंडे दे विच की बनेगा? क्योंकि भारतीय जनता पार्टी दे कोल दयाल सोढी नां दे लीडर ने जिहड़े लंबे समय तो सरगर्म ने, वो कोशिश भी करते हैं कि टिकट मिल जाए, पर इहदे तो बिना 3 नावां दी चर्चा। किसी वेले सरदार सुखबीर सिंह बादल साहब दे बहुत नेड़े सन, उन्हां दा नाम इस वेले चर्चा दे विच है। जगदीप सिंह नकई अकाली दल छड्ड चुके हैं, भारतीय जनता पार्टी जा चुके हैं, तो नकई साहब के नाम की चर्चा है कि हो सकता है कि भारतीय जनता पार्टी बठिंडे तो उन्होंने टिकट देवे। सरूप चंद सिंगला श्रोमणी अकाली दल की टिकट ते बठिंडा शहरी विधान सभा हल्के तो MLA बनते रहे हैं, वो भी पिछले दिनों के भारतीय जनता पार्टी शामिल हो गया सी। हो सकता है कि सरूप चंद सिंगला होरां नूं भी टिकट दे दी जाए। तीसरा नाम है साबका खजाना मंत्री मनप्रीत सिंह बादल होरां दा। हालांकि मनप्रीत सिंह बादल बहुते ज्यादा रुचि रखते लगते नहीं, बहुते इंटरस्टेड नहीं लगते कि मैनूं बठिंडे तो टिकट दी जाए, क्योंकि 2014 दे विच वो 20,000 वोटां दे फर्क दे नाल बीबी बादल तो हार गए सी। सो ऐतकी 3 लीडर भारतीय जनता पार्टी वालों बठिंडे तो दावेदार ने, जगदीप सिंह नकई, सरूप चंद सिंगला ते मनप्रीत सिंह बादल। इन्हां दे विचों भारतीय जनता पार्टी किहनूं थापी दिंदी है, यह भी अपने आप दे विच काफी दिलचस्प फैसला होएगा। फिर गल करते हैं लखा सिधाणा दी। लखा सिधाणा होरां ने ऐलान कर दिता कि भाई आपां तां मैदान दे विच आ, आपां तां आज़ाद उम्मीदवार के तौर पर उत्थे बठिंडियों चोण लड़ांगे। वोटां लखा सिधाणा नूं बहुतियां नहीं पैंदियां हुंदियां। आपां लंघी विधान सभा चोण दे विच भी देखिया कि वह हार गया सी, पर फिर भी क्योंकि बठिंडा लोक सभा हलका बहुत नेड़े दा हलका, इत्थे 20-25 हज़ार वोटां दे फर्क दे नाल ही जित हार हुंदी है। इस करके लखा सिधाणा होरां दा इह कहना कि भाई मैं बठिंडियों चोण लड़नी है, वो सियासी समीकरणां दे उत्ते बड़ा असर पा सकदा। श्रोमणी अकाली दल दे लई भारतीय जनता पार्टी तो बिना बठिंडे दी लोक सभा चोण जितनी थोड़ी जी होर औखी होएगी। वैसे भी इस हलके नूं जितना बादल परिवार दे लई ते श्रोमणी अकाली दल दे लई काफ़ी अहम होएगा। सो बठिंडे तो बाद जे आपां भोरक गल फिरोजपुर दी कर लईए, क्योंकि फिरोजपुर लोक सभा हलके तो मौजूदा MP सरदार सुखबीर सिंह बादल ने बदलदियां स्थितियां, बदलदियां रणनीतियां, नवे फैसले, गठजोड़ां दा ना होना फिरोजपुर दे विच भी बड़ा असर पाऊ। फिरोजपुर तो सरदार सुखबीर सिंह बादल साहब MP, पर ऐतकी लगदा नहीं कि उधरले पासे नूं जिहड़ा उतरनगे। इस करके अकाली दल नूं उम्मीदवार नवां लभना पएगा ते अकाली दल दे कोले बहुत सारे लीडर ने जिहड़े कि फिरोजपुर लोक सभा हलके तो किस्मत आजमा सकते हैं। दूसरे पासे कांग्रेस पार्टी वालों भी वड्डे चेहरे ने। वैसे तो किसी वेले जाखड़ परिवार जो कांग्रेस दे विच हुंदा सी, वो भी चोण लड़दा सी, पर हो सकता है कि ऐतकी शेर सिंह घुबाया होरां नूं इत्थों दोबारा कांग्रेस पार्टी मौका देवे। तीसरी गल कि भारतीय जनता पार्टी वालों कौन होएगा, कि जाखड़ परिवार दे विचों किसी नूं टिकट दित्ती जाएगी? जे जाखड़ परिवार नूं टिकट नहीं दित्ती जाएगी तो हो सकता है कि राणा गुरमीत सोढी जिहड़े कैप्टन साहब दे बहुत नेड़े रहे, कैबिनेट मंत्री रहे, पर कांग्रेस पार्टी नूं छड्ड के भारतीय जनता पार्टी दे विच शामिल हो चुके हैं। इस करके हो सकता कि फिरोजपुर लोक सभा हलके दी सीट तो राणा सोढी होरां नूं भारतीय जनता पार्टी अगे लैके आवे कि भाई तुसीं देखो। ते फिरोजपुर हलका आम आदमी पार्टी ने जे खाली रखिया, आम आदमी पार्टी ने फिरोजपुर हलका इस करके भी खाली रखिया कि वह तेल देखो ते तेल दी धार देखो दे फार्मूले ते चल रहे हैं कि जे तां वड्डे कैंडीडेट मैदान दे विच आउंदे आ ते फिर आपां उस तरीके दे नाल चलांगे, ते जे सधारण कदबुत दे लीडरां नूं बाकी पार्टी टिकटां दिंदी है तो फिर किसी होर लीडर दे उत्ते जिहड़ा वो गुणा पै सकदा। इस करके श्रोमणी अकाली दल इस वेले 2 हलकियां नूं रिप्रजेंट कर रहा लोक सभा च। फिरोजपुर तो जिथों ऐतकी सरदार सुखबीर सिंह बादल होरां दे चोण लड़न की कोई संभावना नहीं। एक तो अकाली दल एक परिवार ते एक टिकट फार्मूले दे उत्ते चलण की कोशिश कर रहा है, ते दूसरा वड्डे बादल साहब दे देहांत तो बाद सरदार सुखबीर सिंह बादल
ਹੁਣ ਜਦੋਂ अकाली दल इकल्लियां चोणां लड़ रहा 2.5 दहाके तो बाद लोक सभा दियां, ਤਾਂ ਸਾਰੇ ਹੀ ਪੰਜਾਬ ਦੇ ਵਿੱਚ ਪਾਰਟੀ ਦੇ ਲਈ ਕੰਮ ਵੀ ਕਿਤੇ ਨਾ ਕਿਤੇ ਕਰਨਾ ਚਾਹਣਗੇ। ਤੇ ਪਰ ਸਵਾਲ ਇਹ ਵੀ ਪੈਦਾ ਹੁੰਦਾ ਕਿ ਫਿਰੋਜ਼ਪੁਰ ਤੋਂ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਕੀ ਰਹੇਗੀ, ਉਹ ਕਿੰਨੀਆਂ ਕੁ ਵੋਟਾਂ ਲੈਂਦੇ ਆ। ਜਾਖੜ ਪਰਿਵਾਰ, ਕਿਉਂਕਿ ਜਾਖੜ ਸਾਹਿਬ ਸੂਬਾ ਪ੍ਰਧਾਨ ਵੀ ਨੇ, ਉਹਨਾਂ ਦਾ ਆਪਣਾ ਹਲਕਾ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਆਉਂਦਾ ਹੈ। ਭਾਵੇਂ ਉਹ ਆਪ ਚੋਣ ਲੜਨ, ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਚੋਣ ਲੜੇ, ਭਾਵੇਂ ਰਾਣਾ ਗੁਰਮੀਤ ਸੋਢੀ ਹੋਰੀ ਮੈਦਾਨ ਦੇ ਵਿੱਚ ਹੋਣ, ਪਰ ਇੱਥੇ ਜਾਖੜ ਪਰਿਵਾਰ ਦੀ ਵੀ ਸਿਆਸੀ ਤੌਰ ਤੇ ਇੱਜ਼ਤ ਦਾਤੇ ਹੋਏਗੀ ਕਿ ਜੇ ਭਾਰਤੀ ਜਨਤਾ ਪਾਰਟੀ ਚੋਖੀਆਂ ਵੋਟਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਲੈਂਦੀ ਹੈ, ਜਾਖੜ ਪਰਿਵਾਰ ਦਾ ਸਤਿਕਾਰ ਭਾਰਤੀ ਜਨਤਾ ਪਾਰਟੀ 'ਚ ਵਧੇਗਾ। ਪਰ ਜੇ ਭਾਰਤੀ ਜਨਤਾ ਪਾਰਟੀ ਦੀਆਂ ਵੋਟਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਘਟਦੀਆਂ ਜਾਂ ਬਹੁਤ ਜ਼ਿਆਦਾ ਘਟਦੀਆਂ, ਫਿਰ ਜਾਖੜ ਪਰਿਵਾਰ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਗੋਂ ਸੰਘਰਸ਼ ਥੋੜ੍ਹਾ ਜਿਹਾ ਵੱਧ ਹੋਏਗਾ। ਸੋ ਆਪਾਂ ਗੱਲ ਇਸ ਵੇਲੇ ਲੁਧਿਆਣੇ ਦੀ ਕੀਤੀ, ਗੱਠਜੋੜਾਂ ਦੇ ਨਾਂ ਹੋਣ ਤੋਂ ਬਾਅਦ ਪਟਿਆਲੇ ਦੇ ਸਮੀਕਰਨ ਕੀ ਰਹਿਣਗੇ, ਬਠਿੰਡੇ ਦੇ ਵਿੱਚ ਕੀ ਹੋਏਗਾ, ਤੇ ਫਿਰੋਜ਼ਪੁਰ ਤੋਂ ਹੁੰਦੇ ਹੋਏ ਆਪਾਂ ਜੇ ਅੰਮ੍ਰਿਤਸਰ ਤੇ ਕੁਝ ਇੱਕ ਹੋਰ ਹਲਕਿਆਂ ਦੇ ਵੱਲ ਜਾਣਾ, ਪਰ ਲੜਾਈ ਦਿਲਚਸਪ ਹੈ। ਕੋਈ ਪਤਾ ਨਹੀਂ ਕਿ 4 ਕੋਣੇ 5 ਕੋਣੇ ਮੁਕਾਬਲੇ ਦੇ ਵਿੱਚ ਕਿਹਦਾ ਦਾ ਲੱਗਣਾ, ਕਿਹਨੇ ਥੱਲੇ ਡਿੱਗ ਜਾਣਾ। ਸੋ ਆਖਰੀ ਵੋਟ ਗਿਣੇ ਜਾਣ ਤੱਕ ਵੀ ਐਤਕੀ ਸਿਆਸੀ ਤੌਰ ਦੇ ਉੱਤੇ ਮੈਚ ਫਸੇ ਰਹਿਣ ਦੀ ਸੰਭਾਵਨਾ। ਪ੍ਰਾਈਮ ਫੋਕਸ ਦੇ ਵਿੱਚ ਅੱਜ ਆਪਾਂ ਵੱਖ-ਵੱਖ ਲੋਕ ਸਭਾ ਹਲਕਿਆਂ ਦੀ ਚਰਚਾ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਤੁਹਾਡੇ ਬਹੁਤ ਸਾਰੇ ਸੁਨੇਹੇ ਆਉਂਦੇ ਰਹੇ ਕਿ ਜੀ ਕਿਹੜੇ ਲੋਕ ਸਭਾ ਹਲਕੇ ਤੋਂ ਕਿਹੜੀ ਪਾਰਟੀ ਕਿਹਨੂੰ ਟਿਕਟ ਦੇਗੀ, ਕੌਣ ਹੋ ਸਕਦਾ ਹੈ ਉਮੀਦਵਾਰ। ਤੇ ਦੂਸਰੇ ਤੁਹਾਡੇ ਸਵਾਲ ਆਉਂਦੇ ਹੁੰਦੇ ਆ ਕਿ ਜਿੱਤੂਗਾ ਕੌਣ। ਦੇਖੋ, ਜਿੱਤ ਹਾਰ ਤਾਂ ਵੋਟਰਾਂ ਦੇ ਉੱਤੇ ਨਿਰਭਰ ਕਰਨੀ ਹੈ ਕਿ ਉਹਨਾਂ ਨੇ ਕਿੱਧਰਲੇ ਪਾਸੇ ਜਾਣਾ ਹੈ, ਪਰ ਇੱਕ ਗੱਲ ਬਹੁਤ ਸਪਸ਼ਟ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਕੋਈ ਇੱਕ ਮੁੱਦਾ ਪ੍ਰਭਾਵਸ਼ਾਲੀ ਨਹੀਂ ਹੈ। ਇਹ ਵੀ ਗੱਲ ਬਿਲਕੁਲ ਸਾਫ਼ ਹੈ ਕਿ ਕਿਸੇ ਵੀ ਇੱਕ ਸਿਆਸੀ ਪਾਰਟੀ ਦੀ ਕੋਈ ਹਵਾ ਨਹੀਂ, ਨਾ ਕਿਸੇ ਸਿਆਸੀ ਪਾਰਟੀ ਦਾ ਬਹੁਤ ਵੱਡਾ ਵਿਰੋਧ ਹੈ, ਨਾ ਕਿਸੇ ਸਿਆਸੀ ਪਾਰਟੀ ਦੇ ਹੱਕ ਦੇ ਵਿੱਚ ਕੋਈ ਲਹਿਰ ਚੱਲ ਰਹੀ ਹੈ। ਇਸ ਕਰਕੇ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਸਮੀਕਰਨ ਅੱਡ-ਅੱਡ ਹੋਣਗੇ। ਜਿਹੜੇ ਬਹੁਤ ਨਿਰੋਲ ਪੇਂਡੂ ਹਲਕੇ ਨੇ ਉੱਥੇ ਵੋਟਾਂ ਹੋਰ ਹਿਸਾਬ ਦੇ ਨਾਲ ਪੈਣੀਆਂ, ਜਿਹੜੇ ਸ਼ਹਿਰੀ ਟੱਚ ਵਾਲੇ ਮੱਸ ਵਾਲੇ ਹਲਕੇ ਨੇ ਉੱਥੇ ਵੋਟਾਂ ਹੋਰ ਹਿਸਾਬ ਦੇ ਨਾਲ ਪੈਣੀਆਂ। ਗੁਰਦਾਸਪੁਰ ਤੇ ਅੰਮ੍ਰਿਤਸਰ ਇਹ ਲੋਕ ਸਭਾ ਹਲਕਿਆਂ ਦੇ ਵਿੱਚ ਸਰਹੱਦੀ ਖੇਤਰ ਦੇ ਨੇੜੇ ਪੈਂਦੇ ਵੋਟਰ ਜਿੱਤ ਹਾਰ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਣਗੇ। ਪਰ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਨੇ ਫੈਸਲਾ ਕਰ ਲਿਆ ਕਿ ਅਸੀਂ ਇਕੱਲਿਆਂ ਚੋਣ ਲੜਨੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਅਪ੍ਰੈਲ ਦੇ ਪਹਿਲੇ ਹਫ਼ਤੇ ਹਰ ਇੱਕ ਲੋਕ ਸਭਾ ਹਲਕੇ ਦੇ ਸੰਭਾਵੀ ਦਾਅਵੇਦਾਰ ਸੱਦ ਲਏ ਕਿ ਆਓ ਭਾਈ ਕਰਦੇ ਹਾਂ ਚਰਚਾ। ਜਦੋਂ ਉਹਨਾਂ ਨੇ ਪੰਜਾਬ ਬਚਾਓ ਯਾਤਰਾ ਦੇ ਅਗਲੇ ਪੜਾਅ ਦਾ ਵੀ ਐਲਾਨ ਕਰ ਦਿੱਤਾ ਤੇ ਇਹ ਵੀ ਕਹਿਤਾ ਕਿ ਭਾਈ ਅਸੀਂ ਤਾਂ ਪੰਥਕ ਤੇ ਪੰਜਾਬ ਦੇ ਮਸਲਿਆਂ ਦੇ ਹੱਲ ਤੋਂ ਬਗੈਰ ਗੱਠਜੋੜਾਂ ਨੂੰ ਮੂੰਹ ਵੀ ਨਹੀਂ ਕਰਦੇ। ਆਪਾਂ ਚੱਲਦੇ ਹਾਂ ਸਿੱਧੇ ਇਸ ਵੇਲੇ ਅੰਮ੍ਰਿਤਸਰ। ਹੁਣ ਅੰਮ੍ਰਿਤਸਰ ਭਾਰਤੀ ਜਨਤਾ ਪਾਰਟੀ ਯਤਨ ਬਹੁਤ ਕਰਦੀ ਰਹੀ ਹੈ, ਕਦੇ ਹਰਦੀਪ ਸਿੰਘ ਪੁਰੀ ਹੋਰਾਂ ਨੂੰ ਲਿਆ ਕੇ, ਕਦੇ ਅਰੁਣ ਜੇਤਲੀ ਹੋਰਾਂ ਨੂੰ ਲਿਆ ਕੇ, ਕਦੇ ਰਜਿੰਦਰ ਮੋਹਨ ਸਿੰਘ ਸ਼ੀਨਾ ਹੋਰਾਂ ਨੂੰ ਲਿਆ ਕੇ ਤੇ ਕਦੇ ਕਿਸੇ ਨੂੰ ਲਿਆ ਕੇ। ਉਸ ਭਾਰਤੀ ਜਨਤਾ ਪਾਰਟੀ ਦੇ ਲਈ ਐਤਕੀ ਤਰਨਜੀਤ ਸਿੰਘ ਸੰਧੂ ਜਿਹੜੇ ਕਿ ਵਿਦੇਸ਼ ਵਿਭਾਗ ਦੇ ਵਿੱਚ ਵੱਡੇ ਅਹੁਦੇ ਤੇ ਰਹੇ ਨੇ, ਅਮਰੀਕਾ ਦੇ ਵਿੱਚ ਭਾਰਤ ਦੇ ਅੰਬੈਸਡਰ ਵੀ ਰਹੇ ਹੈ, ਬਹੁਤੀ ਸੰਭਾਵਨਾ ਹੈ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਮੈਦਾਨ ਦੇ ਵਿੱਚ ਲਿਆਏਗੀ। ਤੇਜਾ ਸਿੰਘ ਸਮੁੰਦਰੀ ਹੋਰਾਂ ਦੇ ਪਰਿਵਾਰ ਦੇ ਵਿੱਚੋਂ ਨੇ, ਉਸ ਗੱਲ ਨੂੰ ਉਭਾਰ ਕੇ ਪੇਸ਼ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਟੇਕ ਅਨਿਲ ਜੋਸ਼ੀ ਹੋਰਾਂ ਦੇ ਉੱਤੇ ਰਹੇਗੀ। ਅਨਿਲ ਜੋਸ਼ੀ ਲਗਾਤਾਰ ਭਾਜਪਾ 'ਚ ਰਹੇ, ਕੈਬਨਿਟ ਮੰਤਰੀ ਦੇ ਅਹੁਦੇ ਤੇ ਵੀ ਰਹੇ, ਪਰ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਿਆ ਸੀ ਤੇ ਜੋਸ਼ੀ ਸਾਹਿਬ ਨੂੰ ਸਰਦਾਰ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਵੱਡਾ ਸਹਾਰਾ ਹੋਏਗਾ ਕਿਉਂਕਿ ਮਜੀਠੀਆ ਸਾਹਿਬ ਦਾ ਆਪਣਾ ਪੁਰਾਣਾ ਹਲਕਾ ਮਜੀਠਾ ਵੀ ਇਸ ਹਲਕੇ 'ਚ ਆਉਂਦਾ ਹੈ ਤੇ ਜਿਸ ਅੰਮ੍ਰਿਤਸਰ ਪੂਰਬੀ ਤੋਂ ਮਜੀਠੀਆ ਸਾਹਿਬ ਨੇ ਲੰਘੀ ਵਿਧਾਨ ਸਭਾ ਚੋਣ ਲੜੀ ਸੀ, ਉਹ ਵੀ ਅੰਮ੍ਰਿਤਸਰ ਲੋਕ ਸਭਾ ਹਲਕੇ ਦਾ ਹਿੱਸਾ ਹੈ। ਇਸ ਕਰਕੇ ਅਨਿਲ ਜੋਸ਼ੀ ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਅਕਾਲੀ ਲੀਡਰਾਂ ਦੀ ਜੋੜੀ ਇਸ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿੱਚ ਅਕਾਲੀ ਦਲ ਨੂੰ ਕਿੱਥੇ ਤੱਕ ਲੈ ਕੇ ਜਾਂਦੀ ਹੈ, ਵੇਖਣ ਵਾਲੀ ਗੱਲ ਹੋਏਗੀ। ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਨੂੰ ਮੈਦਾਨ ਦੇ ਵਿੱਚ ਲਿਆਂਦਾ ਹੈ ਤੇ ਕਾਂਗਰਸ ਪਾਰਟੀ ਵੱਲੋਂ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ 2 ਵਾਰ ਦੇ ਲਗਾਤਾਰ ਐਮਪੀ ਗੁਰਜੀਤ ਸਿੰਘ ਔਜਲਾ ਹੋਰਾਂ ਨੂੰ ਟਿਕਟ ਮਿਲਣ ਦੀ ਪੂਰੀ ਆਸ ਹੈ। ਹਾਲਾਂਕਿ ਓਪੀ ਸੋਨੀ ਸਾਹਿਬ ਦੇ ਸਮਰਥਕ ਵੀ ਵਿੱਚ ਕਿਤੇ ਨਾ ਕਿਤੇ ਉਸਲ ਵੱਟੇ ਲੈਂਦੇ ਜ਼ਰੂਰ ਹੈ ਕਿ ਭਾਈ ਸਾਡੇ ਬੰਦੇ ਨੂੰ ਟਿਕਟ ਦੇ ਦਿਓ, ਪਰ ਔਜਲਾ ਸਾਹਿਬ ਦਾ ਦਾਅਵਾ ਇਸ ਵੇਲੇ ਕਾਫੀ ਮਜ਼ਬੂਤ ਲੱਗਦਾ ਹੈ ਤੇ ਚਰਚਾ ਇਹ ਵੀ ਚੱਲਦੀ ਹੈ ਕਿ ਕੋਈ ਮੌਜੂਦਾ ਸਾਬਕਾ ਐਮਪੀ ਹੋ ਸਕਦਾ ਹੈ ਕਿ ਜੇ ਉਧਰਲੇ ਪਾਸੇ ਨੂੰ ਪਾਰਟੀ ਜ਼ਿਆਦਾ ਧਿਆਨ ਨਾ ਦੇਵੇ ਤਾਂ ਸਿਆਸੀ ਪਾਸਾ ਉਹਨਾਂ ਨੂੰ ਲੈਣਾ ਪਏਗਾ। ਇਹ ਵੀ ਚਰਚਾ ਚੱਲਦੀ ਹੈ ਕਿ ਇੱਕ ਸਾਬਕਾ ਕੈਬਨਿਟ ਮੰਤਰੀ ਵੱਡੇ ਅਹੁਦੇ ਤੇ ਰਹੇ ਨੇ ਇੱਕ ਵੱਡੀ ਸਿਆਸੀ ਪਾਰਟੀ ਦੇ, ਉਹ ਵੀ ਦਲ ਬਦਲ ਕੇ ਕਿਸੇ ਹੋਰ ਧਿਰ ਵੱਲੋਂ ਕੈਂਡੀਡੇਟ ਹੋ ਸਕਦੇ ਆ। ਸੋ ਇਸ ਕਰਕੇ ਅਕਾਲੀ ਦਲ ਵੱਲੋਂ ਅਨਿਲ ਜੋਸ਼ੀ ਹੋਰਾਂ ਦੀ ਸੰਭਾਵਨਾ ਹੈ, ਤਰਨਜੀਤ ਸਿੰਘ ਸੰਧੂ ਹੋਰੀ ਜਿਹੜੇ ਨੇ ਉਹਨਾਂ ਦੀ ਸੰਭਾਵਨਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਹੋਣਗੇ। ਇਸੇ ਤਰੀਕੇ ਕੈਬਨਿਟ ਮੰਤਰੀ ਜਿਹੜੇ ਨੇ ਕੁਲਦੀਪ ਸਿੰਘ ਢਾਲੀਵਾਲ ਤਾਂ ਮੈਦਾਨ ਦੇ ਵਿੱਚ ਆ ਹੀ ਚੁੱਕੇ ਹੈ ਤੇ ਕਾਂਗਰਸ ਪਾਰਟੀ ਵੱਲੋਂ ਔਜਲਾ ਸਾਹਿਬ, ਇਹ
चार कोणा मुकाबला होने के पूरे असार ने। इत्थे किसी पंजवें सिरकट कैंडीडेट की कोई संभावना नहीं। आपां फिर चलते हैं खडूर साहब। खडूर साहब क्योंकि नरोल पंथक हलका, बीबी हरसिमरत कौर बादल की भी शुरू चर्चा चलती सी कि इत्थों इलैक्शन लड़ सकते हैं। अकाली दल वालों सरदार बिक्रम सिंह मजीठिया होरां दी भी चर्चा चली कि क्यों ना माझे दे विच उन्हां नूं इस हलके तो इलैक्शन लड़ाई जाए। हुण इस हलके तो क्योंकि बीबी जगीर कौर पिछली बारी अकाली दल के उम्मीदवार सी, वो वापस आ चुके अकाली दल च। चर्चा चलती है कि बीबी जगीर कौर नूं श्रोमणी अकाली दल फिर अगे करेगा जां मजीठिया साहब आउणगे। पर इत्थों भारतीय जनता पार्टी दे लई पैंडा औखा होएगा क्योंकि नरोल पेंडू हलका है, किसानी वोट बैंक इत्थे बड़ी है। तो जिस तरीके बठिंडे दे विच पिछले दिनी भारतीय जनता पार्टी ने एक मीटिंग रखी तो उत्थे किसान धिरां ट्रालियां लैके आ गईआं ते विरोध किया। सो इदां दे हलकिआं दे विच थोड़ी जी औख जरूर है। पर अमरपाल सिंह बोनी अजनाला जिहड़े किसी वेले श्रोमणी अकाली दल दे विच बहुत सरगर्म सन, मुख संसदी सकत्तर भी रहे पंजाब दे विच, वो बोनी अजनाला होरी भारतीय जनता पार्टी च ने। श्रोमणी अकाली दल के कई लीडरां के खिलाफ बोलते भी रहे हैं। हो सकता है कि अमरपाल सिंह बोनी अजनाला खडूर साहब लोक सभा हलके तो भारतीय जनता पार्टी के कैंडीडेट होण। कई होर दावेदार भी ने, पुराने बंदे भी ने जिहड़े कि इस हलके तो टिकट लेना चाहणगे। उहदे नाल नाल कांग्रेस पार्टी वालों जसवीर सिंह डिंपा मौजूदा MP ने, उन्हां दी दावेदारी काफ़ी तकड़ी है। श्रोमणी अकाली दल का जिक्र आपां कर चुके हैं। हुण श्रोमणी अकाली दल भाजपा आम आदमी पार्टी वालों क्योंकि लालजीत सिंह भुल्लर पहले ऐलाने जा चुके हैं, सो ऐतकी उत्थे भी तिखा मुकाबला होएगा। लालजीत सिंह भुल्लर किहदियां किन्नियां वोटां अपने पक्ष दे विच लैके आउंदे आ, जे बोनी अजनाला जां भारतीय जनता पार्टी के जिहड़े भी कैंडीडेट हुंदे आ वो किन्ना क साह भरदे आ ते किन्ने क वोटर उन्हां दे नाल तुरदे आ, इहदे उत्ते भी बहुत कुछ जिहड़ा वो निर्भर करेगा। जलंधर तो एक साबका मुख्यमंत्री चरणजीत सिंह चन्नी होरां दी चर्चा कि कांग्रेस पार्टी उन्हां नूं टिकट दे सकती है। पर चर्चा एक भी है कि कांग्रेस पार्टी वालों जिथे चौधरी परिवार चौधरी करमजीत कौर वो दावेदार ने, महिंदर सिंह KP भी दावेदार ने, तो उत्थे बहुत वड्डी दल बदली भी हो सकती है। एक साबका कैबिनेट मंत्री, एक साबका मैंबर पार्लीमेंट, एक साबका वड्डी पार्टी के सूबा प्रधान जे उन्होंने कहिंदे आ कि ऐतकी भी अखों परोखे किया गया तो दूसरियां कई पार्टियां उन्होंने घर जाके बेनती कर चुकियां कि भाई तुसीं फिर साडे वाले पासे आ जाओ। सो कांग्रेस पार्टी नूं जलंधर लोक सभा हलके तो टिकट देण लग्गिआं बहुत ज्यादा ध्यान रखना पऊगा। दूसरा, हुण जदों श्रोमणी अकाली दल दा बसपा दे नाल गठजोड़ भी नहीं रहा तो अकाली दल नूं भी उत्थे अपना कैंडीडेट लभना पऊ। जे बसपा दे नाल गठजोड़ हुंदा तो सीट बसपा दे हिस्से आउणी सी ते बलविंदर कुमार होरां दे चोण लड़न दी संभावना सी। पर बसपा दे नाल गठजोड़ नहीं होया ते जिहदे करके बसपा नाल गठजोड़ टुट गया, उस भारतीय जनता पार्टी दे नाल भी गलबात सिरे नहीं चढ़ी। सो इस करके बसपा वालों बलविंदर कुमार होरां दे चोण लड़न दी संभावना। आम आदमी पार्टी ने मौजूदा MP सुशील कुमार रिंकू नूं टिकट देती है। कांग्रेस पार्टी वालों चरणजीत सिंह चन्नी, महिंदर सिंह KP ते बीबी करमजीत कौर चौधरी दे चर्चे ने। श्रोमणी अकाली दल दे लई सब तो वड्डे जिहड़े ताकतवर उम्मीदवार हो सकते वो पवन कुमार टीनू, क्योंकि पवन कुमार टीनू जो अकाली दल दे विच भी नहीं सी, 2.5 लाख वोटां एक बारी उदों भी लै गया सी ते वो आदमपुर विधान सभा हलके तो जितते भी रहे हैं। अकाली दल दे विच लंबे समय तो सरगर्म ने, इस करके बहुत ही संभावना है कि ऐतकी डॉक्टर सुखविंदर सुखी जिन्हां नूं कि जिमनी चोण दे विच इत्थे लिआंदा सी, उन्हां दा अपना विधान सभा हलका आनंदपुर साहब दे विच पैंदा है। इस करके उन्हां दी जगह दे उत्ते पवन कुमार टीनू श्रोमणी अकाली दल दे उम्मीदवार हो सकते हैं। सो इत्थे पंजकोणा मुकाबला होएगा बठिंडे वांग, इत्थे पंजकोणा मुकाबला हो सकता है लुधियाने वांग, क्योंकि इत्थे बसपा का आधार काफ़ी है। इत्थे जित हार ऐतकी लखां वोटां के फर्क नाल नहीं होनी, इत्थे 20-25 हज़ार वोटां के फर्क नाल जित हार होएगी। हाँ, जे अकाली दल ते भारतीय जनता पार्टी का गठजोड़ हुंदा वो मुख दावेदार होने सी इत्थों जितदे, क्योंकि हुण गठजोड़ टुट गया। शहर के 3.5 हलकियां दे विच भारतीय जनता पार्टी को वोटां हैगियां ते 5.5 जिहड़े पेंडू हलके ने उत्थे श्रोमणी अकाली दल गौलणयोग वोट लै सकदा, पर क्योंकि वोटां अध जो पाट गईयां इस करके दोवां पार्टियां नूं चोखा संघर्ष करना पएगा जलंधर लोक सभा हलके की सीट तो। आम आदमी पार्टी के लिए इस करके सीट इंपॉर्टेंट है क्योंकि उनका इकलौता MP लोक सभा का सारे देश के विचों वो जलंधर लोक सभा हलके दिता सुशील रिंकू। तो सुशील रिंकू वो लीडर ने जिहड़े कहंदे सी जे कांग्रेस नाल गठजोड़ हो जाता तो चंगा ही सी, कांग्रेस नाल गठजोड़ देश नूं देख के करना चाहिए सी। की सुशील रिंकू साहब नूं जिमनी चोण के मुकाबले कुछ सियासी कमजोरी जलंधर लोक सभा हलके तो नजर आ रही है, यह भी अपने आप दे विच एक वड्डा सवाल है। सो कुल मिला के श्रोमणी अकाली दल ते भारतीय जनता पार्टी के संभावी गठजोड़ का तड़क करके टुट जाना, कांग्रेस ते आम आदमी पार्टी का पहले ही अड्डो अड्ड चोण लड़न का ऐलान करना,
ਲੱਖਾ ਸਿਧਾਣਾ, ਸਿਮਰਜੀਤ ਸਿੰਘ ਬੈਂਸ ਤੇ ਬਹੁਜਨ ਸਮਾਜ ਪਾਰਟੀ ਦਾ ਹੁਸ਼ਿਆਰਪੁਰ ਤੇ ਜਲੰਧਰ ਤੋਂ ਕਾਫੀ ਜ਼ਿਆਦਾ ਗੋਲਣਯੋਗ ਵੋਟਾਂ ਲੈ ਕੇ ਜਾਣ ਦਾ ਦਾਅਵਾ ਕਰਨਾ ਇਹ ਦੱਸਦਾ ਹੈ ਕਿ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਵਿੱਚੋਂ ਹੁਣ ਘੱਟੋ ਘੱਟ 5 ਲੋਕ ਸਭਾ ਹਲਕਿਆਂ ਦੇ ਵਿੱਚ 5 ਕੋਣੀ ਟੱਕਰ ਹੋਏਗੀ। ਮੈਂ ਫੇਰ ਦੁਹਰਾ ਦਿਆਂ, ਲੁਧਿਆਣਾ, ਪਟਿਆਲਾ, ਬਠਿੰਡਾ, ਜਲੰਧਰ ਤੇ ਹੁਸ਼ਿਆਰਪੁਰ, ਬਾਕੀ ਬਚਦੇ 8 ਲੋਕ ਸਭਾ ਹਲਕਿਆਂ ਦੇ ਵਿੱਚ ਜੇ ਕਿਸੇ ਸਿਆਸੀ ਪਾਰਟੀ 'ਚ ਵੱਡੀ ਬਗਾਵਤ ਨਾ ਹੋਈ ਤਾਂ ਉੱਥੇ 4 ਕੋਣਾ ਮੁਕਾਬਲਾ ਹੋਏਗਾ। ਭਾਜਪਾ, ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਉਮੀਦਵਾਰ ਸਿੱਧੇ ਤੌਰ ਦੇ ਉੱਤੇ ਟੱਕਰ ਦੇ ਵਿੱਚ ਹੋਣਗੇ। ਹਾਂ, ਇੰਨਾ ਜ਼ਰੂਰ ਹੈ ਕਿ ਇਸ ਵੇਲੇ ਲਗਾਤਾਰ ਕਾਂਗਰਸ ਪਾਰਟੀ ਜਿਸ ਤਰੀਕੇ ਕਿਰ ਰਹੀ ਹੈ, ਤੂੜੀ ਵਾਲਾ ਟਰੱਕ ਜਾਂਦਾ ਹੁੰਦਾ ਤੇ ਤਰਪਾਲ ਇੱਕ ਪਾਸੇ ਪਾੜ ਜਾਵੇ ਤਾਂ ਤੂੜੀ ਲਗਾਤਾਰ ਕਿਰਦੀ ਰਹਿੰਦੀ ਹੈ। ਕਦੇ ਡਾਕਟਰ ਰਾਜਕੁਮਾਰ ਚੱਬੇਵਾਲ ਕਿਰ ਗਏ, ਕਦੇ ਬੀਬੀ ਪ੍ਰਨੀਤ ਕੌਰ ਚਲੇ ਗਏ, ਹੁਣ ਰਵਨੀਤ ਸਿੰਘ ਬਿੱਟੂ ਚਲੇ ਗਏ। 7-8 ਲੀਡਰ ਇਹਨਾਂ ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਛੱਡ ਕੇ ਵੱਖ-ਵੱਖ ਸਿਆਸੀ ਪਾਰਟੀਆਂ ਚਲੇ ਗਏ ਸੀ। ਕਾਂਗਰਸ ਨੂੰ ਲਗਾਤਾਰ ਖੋਰਾ ਲੱਗ ਰਿਹਾ। ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਵਾਲੇ ਲੀਡਰਾਂ ਦੀ ਗਿਣਤੀ ਵੱਧ ਰਹੀ ਹੈ। ਆਮ ਆਦਮੀ ਪਾਰਟੀ ਆਪਣਾ ਵੋਟ ਬੈਂਕ ਕਾਇਮ ਰੱਖਣ ਦੇ ਲਈ ਜਦੋਜਹਿਦ ਕਰ ਰਹੀ ਹੈ। ਬਾਕੀ ਬਹੁਤ ਸਾਰੀਆਂ ਚੀਜ਼ਾਂ ਉਦੋਂ ਸਪਸ਼ਟ ਹੋ ਜਾਣਗੀਆਂ ਜਦੋਂ ਇਹ ਸਾਰੀਆਂ ਹੀ ਧਿਰਾਂ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦੇਣਗੇ। ਅਸੀਂ ਸਿਰਫ ਪੰਜਾਬ ਦੇ ਲੋਕਾਂ ਨੂੰ ਇੱਕੋ ਬੇਨਤੀ ਕਰਦੇ ਹਾਂ ਕਿ ਤੁਸੀਂ ਹੈਰਾਨ ਨਹੀਂ ਹੋਣਾ। ਸਵੇਰਾ ਤਾਂ ਚਾਹ ਦਾ ਕੱਪ ਧਿਆਨ ਨਾਲ ਪੀਣਾ, ਪਿੰਨੀਆਂ ਖਾਣ ਦੀ ਰੁੱਤ ਹੁਣ ਰਹੀ ਨਹੀਂ। ਆਪਸ ਦੇ ਵਿੱਚ ਡਾਂਗੋ ਡਾਂਗੀ ਹੋ ਕੇ ਸਿਰ ਨਹੀਂ ਪਾੜਨੇ, ਕਿਉਂਕਿ ਲੀਡਰਾਂ ਦਾ ਕੀ ਪਤਾ ਹੈ ਅੱਜ ਕੋਈ ਝੰਡਾ ਚੱਕੀ ਫਿਰਦੇ ਆ, ਭਲਕ ਨੂੰ ਕੋਈ ਝੰਡਾ ਚੱਕੀ ਫਿਰਨਗੇ। ਤੁਸੀਂ ਸਿਹਤ ਤੇ ਸਿੱਖਿਆ, ਤੁਸੀਂ ਵਾਤਾਵਰਣ ਦੇ ਮੁੱਦੇ ਤੇ, ਤੁਸੀਂ ਪਲਾਸਟਿਕ ਦੀ ਰੋਕਥਾਮ ਦੇ ਮੁੱਦੇ ਤੇ, ਤੁਸੀਂ ਪੰਜਾਬ ਦੇ ਖੇਤਾਂ ਤੇ ਫਸਲਾਂ ਦੇ ਮੁੱਦੇ ਤੇ, ਪੰਜਾਬ ਦੀ ਹਵਾ ਤੇ ਪੰਜਾਬ ਦੀ ਜ਼ਮੀਨ ਦੀ ਸਿਹਤ ਦੇ ਮੁੱਦੇ ਦੇ ਉੱਤੇ ਜੇ ਲੀਡਰਾਂ ਨੂੰ ਸਵਾਲ ਕਰੋਗੇ, ਤੁਹਾਡਾ ਭਵਿੱਖ, ਪੰਜਾਬ ਦਾ ਭਵਿੱਖ ਉਹਦੇ ਵਿੱਚ ਹੈ। ਬਾਕੀ ਲੀਡਰਾਂ ਦਾ ਕੀ ਹੈ, ਉਹਨਾਂ ਨੇ ਤਾਂ ਡੱਡੂ ਛੜਪੀਆਂ ਮਾਰਦੇ ਰਹਿਣਾ। ਸੋ ਅੱਜ ਪ੍ਰਾਈਮ ਫੋਕਸ ਵਿੱਚ ਮੈਨੂੰ ਪਰਮਜੀਤ ਸਿੰਘ ਬਾਠ ਨੂੰ ਦਿਆ ਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।